आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग FM ए रंग FM, तुसी सुन रहे हो रंग FM। खुश आमदीद दोस्तों, मैं ਤੁਹਾਡੀ ਦੋਸਤ ਤੁਹਾਡੀ ਹੋਸਟ ਦੀਪ ਸੰਧੂ। ਜਿਵੇਂ ਕਿ ਆਪਾਂ ਪਿਛਲੇ ਦਿਨੀ ਇੱਕ ਬਹੁਤ ਹੀ ਪਿਆਰਾ ਸੱਚ ਤੇ ਆਧਾਰਿਤ ਜ਼ਿੰਦਗੀ ਦੇ ਸੱਚਾਂ ਤੇ ਆਧਾਰਿਤ ਪ੍ਰੋਗਰਾਮ ਸ਼ੁਰੂ ਕੀਤਾ ਹੈ, ਹਕੀਕਤ ਤੇ ਜ਼ਿੰਦਗੀ। ਸੋ ਦੋਸਤੋ, ਉਹਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਆਪਾਂ ਕੁਝ ਨਾਵਲਾਂ, ਸਫ਼ਰਨਾਮਿਆਂ ਤੇ ਕਹਾਣੀਆਂ ਦੀਆਂ ਕਿਤਾਬਾਂ ਤੇ ਇਹ ਸ਼ੋਅ ਨੂੰ ਰੱਖਾਂਗੇ। ਕਿਉਂਕਿ ਦੇਖੋ, ਕਿਉਂਕਿ ਆਮ ਤੌਰ ਤੇ ਜਦੋਂ ਇਹ ਚੀਜ਼ਾਂ ਲਿਖੀਆਂ ਜਾਂਦੀਆਂ ਨੇ ਤਾਂ ਆਪਾਂ ਸੱਚ ਦੇ ਬਹੁਤ ਕਰੀਬ ਹੁੰਦੇ ਹਾਂ। ਉਹ ਸੱਚ ਜਿਹੜੇ ਕਿ ਖੁਸ਼ੀਆਂ ਵੀ ਦਿੰਦੇ ਨੇ, ਤਕਲੀਫਾਂ ਵੀ ਦਿੰਦੇ ਨੇ। ਸਮਝੋ ਜਿਹਦੇ ਕੋਲ ਸ਼ਬਦ ਹੁੰਦੇ ਨੇ, ਉਹ ਇਹਨਾਂ ਸ਼ਬਦਾਂ ਰਾਹੀਂ, ਆਪਣੇ ਉਹਨੇ ਸੱਚੇ ਲਫ਼ਜ਼ਾਂ ਰਾਹੀਂ ਉਹਨਾਂ ਨੂੰ ਕੋਈ ਸਫ਼ਰਨਾਮਾ ਲਿਖ ਧਰਦਾ ਹੈ ਬਣਾ ਕੇ, ਕੋਈ ਨਾਵਲ ਬਣਾ ਦਿੰਦਾ, ਲਿਖ ਦਿੰਦਾ ਹੈ, ਤੇ ਕੋਈ ਕਹਾਣੀਆਂ ਦੇ ਰੂਪ ਵਿੱਚ ਸਾਰੇ ਸਰੋਤਿਆਂ ਦੇ ਸਾਹਮਣੇ, ਪੜ੍ਹਨ ਵਾਲਿਆਂ ਦੇ ਸਾਹਮਣੇ ਲਿਆਉਂਦਾ ਹੈ। ਸੋ ਦੋਸਤੋ, ਇਸੇ ਲੜੀ ਦੇ ਤਹਿਤ ਆਪਾਂ ਕੈਲੀਫੋਰਨੀਆ ਦੇ ਹਰਜਿੰਦਰ ਸਿਆਣ ਦੇ ਸਫ਼ਰਨਾਮੇ ਮੌਤ ਦੀਆਂ ਰਾਹਾਂ ਬਾਰੇ ਆਪਾਂ ਪਹਿਲਾ ਜਿਹੜਾ ਉਹਦਾ ਭਾਗ ਪੜ੍ਹਿਆ ਸੀ। ਜਿਵੇਂ ਕਿ ਤੁਹਾਨੂੰ ਮੈਂ ਉਹਦੇ ਵਿੱਚ ਮੁੱਖ ਬੰਦ ਦੇ ਵਿੱਚ ਬਿਆਨ ਕੀਤਾ ਸੀ ਕਿ ਉਹਨਾਂ ਦੇ ਮਨ ਦੇ ਵਿੱਚ ਜਦੋਂ ਕੁਝ ਆਪਣੇ ਪਰਿਵਾਰ ਦੇ ਬਾਰੇ ਕੁਝ ਕਰਨ ਦੇ ਲਈ ਵਿਚਾਰ ਆਇਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਵਿਦੇਸ਼ਾਂ 'ਚ ਜਾ ਕੇ ਆਪਣੇ ਪਰਿਵਾਰ ਲਈ ਕਮਾਈਆਂ ਕਰਕੇ ਭੇਜਣ ਦੀ ਗੱਲ ਸੋਚੀ, ਚਾਹੇ ਉਹ ਬਹੁਤ ਅੱਛੇ ਪਰਿਵਾਰ ਦੇ ਬੱਚੇ ਸਨ। ਖੈਰ ਚਲੋ, ਪਰ ਉਹਨਾਂ ਨੇ ਗਲਤ ਰਸਤਾ ਚੁਣਿਆ। ਉਹ ਰਸਤਾ ਕੀ ਸੀ? ਡੋਂਕੀ ਰਾਹੀਂ ਜਾਣਾ, ਜਿਹੜੇ ਕਿ ਅਵੈਧ ਤਰੀਕਿਆਂ ਦੇ ਨਾਲ ਜਿਹੜੇ ਨੌਜਵਾਨ ਅੱਜ ਕੱਲ੍ਹ ਦੇ ਜਾਂਦੇ ਨੇ, ਇੰਨੇ ਲੱਖਾਂ ਖਰਚ ਕੇ, ਸਿਰਫ ਭਾਰਤ ਤੋਂ ਹੀ ਨਹੀਂ, ਹੋਰ ਕਈ ਤਰ੍ਹਾਂ ਦੇ ਦੇਸ਼ਾਂ ਤੋਂ, ਚਾਹੇ ਉਹ ਪਾਕਿਸਤਾਨ ਹੈ, ਚਾਹੇ ਕੋਈ ਵੀ ਏਸ਼ੀਅਨ ਮੁਲਕ ਹੈ ਜਾਂ ਕੋਈ ਵੀ ਹੋਰ ਮੁਲਕ ਨੇ, ਉਹਨਾਂ ਸਾਰਿਆਂ ਵਿੱਚੋਂ ਜਦੋਂ ਇਹ ਨੌਜਵਾਨ ਅਵੈਧ ਤਰੀਕਿਆਂ ਨਾਲ ਜਾਂਦੇ ਨੇ ਤਾਂ ਉਹਨਾਂ ਵਿੱਚੋਂ ਅੱਧੇ ਤਾਂ ਰਸਤਿਆਂ ਦੇ ਵਿੱਚ ਹੀ ਮਰ ਜਾਂਦੇ ਨੇ, ਬਹੁਤ ਹੀ ਤਸ਼ੱਦਦਾਂ ਕਰਕੇ, ਆਉਂਦੇ ਔਖੇ ਹਾਲਾਤਾਂ ਕਰਕੇ। ਸੋ ਇਹ ਪਹਿਲਾਂ ਦੀ ਜਿਹੜੀ ਸਟੋਰੀ ਹੈ, ਮੈਂ ਤੁਹਾਨੂੰ 2-4 ਲਾਈਨਾਂ ਦੇ ਵਿੱਚ ਦੱਸ ਦੇਣਾ ਚਾਹਾਂਗੀ ਕਿ ਉਹਨਾਂ ਨੇ ਵੀ ਜਦੋਂ ਆਪਣਾ ਸਫ਼ਰ ਸ਼ੁਰੂ ਕੀਤਾ, ਭਾਗ ਪਹਿਲਾ ਦਾ ਜਿਹੜਾ ਹਿੱਸਾ ਸੀ ਕਿ ਉਹਨਾਂ ਨੇ ਸੁਪਨੇ ਲਏ ਸਨ ਤੇ ਫਿਰ ਆਪਣੇ ਸਫ਼ਰ ਦੀ ਜਿਹੜੀ ਸ਼ੁਰੂਆਤ ਕੀਤੀ ਸੀ। ਉਹਨਾਂ ਦੇ ਜਿਹੜਾ ਏਜੰਟ ਸੀ ਉਹ ਦਿੱਲੀੋਂ ਉਹਨਾਂ ਨੂੰ ਰਵਾਨਾ ਕੀਤਾ। ਜਿਸ ਏਅਰਪੋਰਟ 'ਤੇ ਜਾ ਕੇ ਉਤਾਰਿਆ, ਉੱਥੇ ਸਾਰੇ ਅੰਗਰੇਜ਼ੀ ਜ਼ਿਆਦਾ ਨਾ ਆਉਣ ਦੇ ਕਾਰਨ ਉੱਥੇ ਉਹ ਪਾਸ ਹੋ ਕੇ ਏਅਰਪੋਰਟ 'ਤੇ ਉਹਨਾਂ ਨੂੰ ਲੰਘਾਇਆ ਨਹੀਂ ਤੇ ਡਿਪੋਰਟ ਕਰਤਾ। ਤੇ ਅੱਗੇ ਉਹ ਆਪਣੇ ਆਪ ਨੂੰ ਬੜੇ ਖੁਸ਼ਕਿਸਮਤ ਸਮਝ ਰਹੇ ਸਨ, ਪਰ ਉਹਨਾਂ ਨੂੰ ਇਹ ਲੱਗਦਾ ਸੀ, ਉਹਨਾਂ ਨੇ ਆਪੇ ਜਿਵੇਂ ਬਿਆਨਿਆ ਆਪਣੇ ਸਫ਼ਰਨਾਮੇ ਦੇ ਵਿੱਚ ਕਿ ਮੈਨੂੰ ਐਵੇਂ ਲੱਗਦਾ ਸੀ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਇਹ ਪਹਿਲਾ ਪੜਾਅ ਪਾਰ ਕਰ ਲਿਆ, ਪਰ ਨਹੀਂ ਸੀ ਜਾਣਦਾ ਕਿ ਅੱਗੇ ਮੌਤ ਮੂੰਹ ਅੱਡ ਕੇ ਖੜੀ ਹੈ ਜਾਂ ਦੁਸ਼ਵਾਰੀਆਂ ਖੜੀਆਂ ਨੇ। ਸੋ ਦੋਸਤੋ, ਹੁਣ ਆਪਾਂ ਪਹੁੰਚੇ ਸੀ, ਉਹ ਪਹਿਲਾ ਦੌਰ ਪਾਰ ਕਰ ਲਿਆ ਸੀ ਜਦੋਂ ਉਹਨਾਂ ਨੂੰ ਜਿਹੜੇ ਏਜੰਟ ਸੀਗੇ ਅਗਲੇ ਜਦੋਂ ਬੱਸਾਂ ਰਾਹੀਂ ਉਹ ਸਫ਼ਰ ਕਰ ਰਹੇ ਸੀ। ਪਰੰਤੂ ਇਕਵਾਡੋਰ ਤੱਕ ਜਦੋਂ ਉਹ ਪਹੁੰਚੇ, ਉਸ ਤੋਂ ਬਾਅਦ ਦੀ ਜਿਹੜੀ ਅਗਲੀ ਸਟੋਰੀ ਹੈ ਉਹ ਸ਼ੁਰੂ ਹੁੰਦੀ ਹੈ ਉਹਨਾਂ ਦੀ। ਇਹ ਪਹਿਲਾ ਭਾਗ ਮੈਂ ਚੰਦ ਲਫ਼ਜ਼ਾਂ ਦੇ ਵਿੱਚ ਤੁਹਾਨੂੰ ਬਿਆਨ ਕਰ ਦਿੱਤਾ ਹੈ, ਤੇ ਆਓ ਦੋਸਤੋ ਉਸ ਦਾ ਦੂਜਾ ਭਾਗ ਅੱਜ ਪੜ੍ਹਦੇ ਹਾਂ। ਇਕਵਾਡੋਰ ਤੋਂ ਵਿਦਾਈ। 7 ਜੂਨ 2018 ਦੀ ਸ਼ਾਮ ਨੂੰ ਕਿਊਟੋ ਏਅਰਪੋਰਟ ਤੋਂ ਬਾਹਰ ਨਿਕਲ ਕੇ ਮੈਂ ਆਪਣੇ ਏਜੰਟ ਨੂੰ ਨੈਟ ਕਾਲ ਕੀਤੀ ਤੇ ਖੁਸ਼ੀ ਦੱਸਿਆ ਕਿ ਮੈਨੂੰ ਕਿਊਟੋ 'ਚ ਐਂਟਰੀ ਮਿਲ ਗਈ ਹੈ। ਉਦੋਂ ਤੱਕ ਮੈਂ ਬਹੁਤ ਖੁਸ਼ ਸਾਂ। ਮੇਰੇ ਏਜੰਟ ਨੇ ਮੈਨੂੰ
ਮੇਰੇ ਦੂਜੇ ਏਜੰਟ ਮੈਕਸ ਦਾ ਨੰਬਰ ਦਿੱਤਾ, ਕਿਉਂਕਿ ਹੁਣ ਅਗਲਾ ਸਫ਼ਰ ਮੈਨੂੰ ਮੇਰੇ ਇਸ ਏਜੰਟ ਨੇ ਹੀ ਤੈਅ ਕਰਵਾਉਣਾ ਸੀ। ਸੋ ਮੈਂ ਨਵੇਂ ਏਜੰਟ ਮੈਕਸ ਨੂੰ ਫੋਨ ਕੀਤਾ ਤੇ ਸਾਰੀ ਜਾਣਕਾਰੀ ਦਿੱਤੀ। ਮੇਰਾ ਅਗਲਾ ਸਫ਼ਰ ਉਸੇ ਸ਼ਾਮ ਨੂੰ 7 ਵਜੇ ਸ਼ੁਰੂ ਹੋ ਗਿਆ। ਮੈਕਸ ਦਾ ਇੱਕ ਬੰਦਾ ਮੈਨੂੰ ਕਾਰ ਵਿੱਚ ਲੈ ਕੇ ਗਿਆ ਤੇ ਉਸੇ ਰਾਤ ਤੁਲਕਾਨ ਨਾਮੀ ਸ਼ਹਿਰ 'ਚ ਜਾਣ ਵਾਲੀ ਬੱਸ ਵਿੱਚ ਮੈਨੂੰ ਬਿਠਾ ਦਿੱਤਾ ਗਿਆ। ਜਹਾਜ਼ੀ ਸਫ਼ਰ ਤੇ ਏਅਰਪੋਰਟ ਤੇ ਪੁੱਛ-ਗਿੱਛ ਨਾਲ ਥੱਕਿਆ ਹੋਇਆ ਮੈਂ ਰਾਤ ਨੂੰ ਤਕਰੀਬਨ 12 ਵਜੇ ਤੁਲਕਾਨ ਦੇ ਇੱਕ ਹੋਟਲ 'ਚ ਪਹੁੰਚਿਆ, ਜਿੱਥੇ ਇੱਕ ਆਦਮੀ ਪਹਿਲਾਂ ਤੋਂ ਹੀ ਮੇਰਾ ਇੰਤਜ਼ਾਰ ਕਰ ਰਿਹਾ ਸੀ। ਉਹ ਸਪੈਨਿਸ਼ ਬੋਲਦਾ ਸੀ ਤੇ ਇੰਗਲਿਸ਼ ਬਹੁਤ ਘੱਟ ਸਮਝਦਾ ਸੀ। ਦੂਜੇ ਦਿਨ ਮੈਨੂੰ ਬਹੁਤ ਹੀ ਆਸਾਨੀ ਨਾਲ ਗੈਰ ਕਾਨੂੰਨੀ ਤਰੀਕੇ ਕੋਲੰਬੀਆ ਦੇਸ਼ ਵਿੱਚ ਐਂਟਰ ਕਰਵਾ ਦਿੱਤਾ। ਇੱਥੋਂ ਮੈਂ 3 ਕਾਲੀ ਲਈ ਰਵਾਨਾ ਹੋਇਆ। ਬੇਗਾਨਾ ਦੇਸ਼, ਬੇਗਾਨੇ ਲੋਕ ਤੇ ਅਣਜਾਣ ਰਾਹਾਂ ਤੇ ਬੱਸ ਦੇ ਸਫ਼ਰ ਰਾਹੀਂ ਮੈਂ ਤਕਰੀਬਨ 14 ਘੰਟੇ ਬਾਅਦ ਕਾਲੀ ਸਿਟੀ ਪਹੁੰਚਿਆ। ਕਾਲੀ ਸ਼ਹਿਰ ਤੋਂ ਬਾਅਦ ਮੇਰਾ ਮੈਡਲਿਨ ਸ਼ਹਿਰ ਲਈ ਸਫ਼ਰ ਸ਼ੁਰੂ ਹੋ ਗਿਆ। 16 ਘੰਟੇ ਦੇ ਸਫ਼ਰ ਤੋਂ ਬਾਅਦ 'ਚ ਮੈਨੂੰ ਮੈਡਲਿਨ ਦੱਸਿਆ। ਹਵਾ ਨੂੰ ਗੰਢਾਂ ਦਿੰਦੀਆਂ ਬੱਸਾਂ ਰਾਹੀਂ ਲਗਾਤਾਰ ਚੱਲ ਕੇ ਮੇਰਾ ਸਫ਼ਰ ਨਿਬੜ ਨਹੀਂ ਸੀ ਰਿਹਾ। ਮੈਡਲਿਨ ਤੋਂ ਅੱਗੇ 14 ਘੰਟੇ ਦਾ ਸਫ਼ਰ ਤੈਅ ਕਰਕੇ ਮੈਨੂੰ ਟਰਬੋ ਸਮੁੰਦਰ ਦੇ ਕਿਨਾਰੇ ਇੱਕ ਸ਼ਹਿਰ ਵਿੱਚ ਪਹੁੰਚਦਾ ਕਰ ਦਿੱਤਾ ਗਿਆ। ਤਰੀਕਾ ਇੱਕ ਹੀ ਸੀ। ਹਰ ਵਾਰ ਮੈਨੂੰ ਲੈਣ ਲਈ ਮੈਕਸ ਦਾ ਕੋਈ ਨਾ ਕੋਈ ਬੰਦਾ ਬੱਸ ਸਟੈਂਡ ਦੇ ਅੱਗੇ ਹਾਜ਼ਰ ਖੜਾ ਹੁੰਦਾ ਸੀ। ਭਾਵੇਂ ਮੇਰੀ ਕਿਸੇ ਨਾਲ ਕੋਈ ਜਾਣ ਪਹਿਚਾਣ ਨਹੀਂ ਸੀ, ਪਰ ਜਦੋਂ ਅੱਗੇ ਮਿਲਣ ਵਾਲਾ ਮੈਨੂੰ ਮੇਰੀ ਤਸਵੀਰ ਦਿਖਾਉਂਦਾ ਤਾਂ ਮੈਂ ਝੱਟ ਸਮਝ ਜਾਂਦਾ ਕਿ ਰੱਬ ਤੇ ਜਿੰਨਾ ਮੈਂ ਵਿਸ਼ਵਾਸ ਕਰਦਾ ਨਾ, ਹੁਣ ਇਹਦੇ ਤੇ ਵੀ ਉਨਾ ਹੀ ਕਰਾਂ। ਭਾਵੇਂ ਸਭ ਕੁਝ ਗੈਰ ਕਾਨੂੰਨੀ ਹੋ ਰਿਹਾ ਸੀ, ਪਰ ਮੈਨੂੰ ਮਿਲਣ ਵਾਲਾ ਹਰ ਬੰਦਾ ਮੈਨੂੰ ਪੂਰੇ ਅਦਬੋ ਅਦਾਬ ਦੇ ਨਾਲ ਪੇਸ਼ ਆ ਰਿਹਾ ਸੀ। ਉਹ ਮੈਨੂੰ ਆਪਣੇ ਨਾਲ ਲਿਜਾ ਕੇ ਬੱਸ ਦੀ ਟਿਕਟ ਦਿੰਦਾ ਸੀ, ਖਾਣ ਲਈ ਫਰੂਟ, 버ਗਰ ਤੇ ਪਾਣੀ ਦੀ ਬੋਤਲ ਆਦਿ ਦੇ ਕੇ ਮੈਨੂੰ ਬੱਸ 'ਚ ਬਿਠਾ ਕੇ ਕਿਸੇ ਰਿਸ਼ਤੇਦਾਰ ਵਾਂਗੂ ਵਿਦਾ ਕਰਦਾ ਸੀ। ਇਸੇ ਤਰ੍ਹਾਂ ਅਗਲੇ ਬੱਸ ਅੱਡੇ ਤੇ ਕੋਈ ਬੰਦਾ ਮੈਨੂੰ ਰਿਸੀਵ ਕਰਦਾ ਤੇ ਅੱਗੇ ਕੋਈ ਹੋਰ। ਸੈਂਕੜੇ ਮੀਲਾਂ ਦਾ ਮੇਰਾ ਪੰਧ ਐਵੇਂ ਹੀ ਚੱਲਦਾ ਜਾ ਰਿਹਾ ਸੀ ਤੇ ਮੈਂ ਆਪਣੀ ਮੰਜ਼ਿਲ ਪ੍ਰਾਪਤੀ ਦੀ ਆਸ 'ਚ ਭਾਰੀ ਥਕੇਵੇਂ ਦੇ ਬਾਵਜੂਦ ਵੀ ਹਿੰਮਤ ਨਹੀਂ ਸੀ ਹਾਰ ਰਿਹਾ। 11 ਜੂਨ ਨੂੰ ਕੋਲੰਬੀਆ ਦੇ ਟਰਬੋ ਸ਼ਹਿਰ 'ਚ ਇੱਕ ਨੀਗਰੋ ਡੌਂਕਰ ਦੇ ਘਰ ਪਹੁੰਚਿਆ। ਟਰਬੋ ਤੋਂ ਸਮੁੰਦਰ ਸ਼ੁਰੂ ਹੁੰਦਾ ਹੈ। ਮੈਂ ਕੁਝ ਦਿਨ ਟਰਬੋ ਰਿਹਾ ਤੇ ਮੇਰੇ ਏਜੰਟ ਮੈਕਸ ਦੇ 2 ਬੰਦੇ 3 ਦਿਨਾਂ ਬਾਅਦ ਮੈਨੂੰ ਉਸ ਕਾਲੇ ਡੌਂਕਰ ਦੇ ਘਰ ਆ ਕੇ ਮਿਲੇ। ਇਹ ਸਨ ਵਿਸ਼ਵਜੀਤ ਤੇ ਨਿਸ਼ੂ ਭਗਤ ਨਾਂ ਦੇ ਬੰਦੇ। ਫਿਰ ਉਸ ਕਾਲੇ ਡੌਂਕਰ ਨੇ ਮੈਨੂੰ ਤੇ ਨਿਸ਼ੂ ਭਗਤ ਨੂੰ 12 ਜੂਨ ਵਾਲੀ ਰਾਤ ਨੂੰ ਸਮੁੰਦਰ ਕਿਨਾਰੇ ਲਿਜਾ ਕੇ ਖੜਾ ਹੀ ਕਰ ਦਿੱਤਾ। ਮਤਲਬ ਇਸੇ ਥਾਂ ਤੋਂ ਅਸਲ ਡੌਂਕੀ ਸ਼ੁਰੂ ਹੋਣੀ ਸੀ। ਫਿਰ ਉਹੀ ਸਮੁੰਦਰ ਸੀ ਜਿਸ ਵਿੱਚ ਆਏ ਦਿਨ ਕੋਈ ਨਾ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤੇ ਇਸ ਧਰਤੀ ਤੇ ਰੁਲਦੇ ਕਿਸੇ ਅਣਜਾਣ ਮਨੁੱਖ ਦੀ ਮੌਤ ਹੋ ਜਾਂਦੀ ਹੈ। ਪਤਾ ਨਹੀਂ ਇਸ ਥਾਂ ਕਿੰਨੇ ਦੇਸ਼ਾਂ ਦੇ ਕਿੰਨੇ ਲੋਕਾਂ ਦੀਆਂ ਜਾਨਾਂ ਗਈਆਂ ਹੋਣਗੀਆਂ। ਇਸ ਥਾਂ ਮੋਇਆਂ ਦੀਆਂ ਕਿਸੇ ਕਿਸਮ ਦੀਆਂ ਅੰਤਮ ਕਿਰਿਆਵਾਂ ਵੀ ਨਹੀਂ ਸੀ ਹੋਈਆਂ। ਦੱਸਣ ਵਾਲਿਆਂ ਤੋਂ ਮੈਂ ਕਿੰਨੀ ਵਾਰ ਸੁਣਿਆ ਸੀ ਕਿ ਇਸ ਸੁੰਨੇ ਇਲਾਕੇ 'ਚ ਮੌਤ ਰਾਣੀ ਛਾਂਟ ਆਪਣੀ ਪਸੰਦ ਦੇ ਸ਼ਿਕਾਰ ਕਰਦੀ ਹੈ। ਕਦੇ ਕੋਈ ਪੰਜਾਬੀ ਮਰਦਾ ਹੈ ਤੇ ਕਦੇ ਕੋਈ ਪਾਕਿਸਤਾਨੀ, ਕਦੇ ਕੋਈ ਏਸ਼ੀਆ, ਕਦੇ ਕਿਸੇ ਦੇਸ਼ ਦਾ, ਕਦੇ ਕਿਸੇ ਦੇਸ਼ ਦਾ। ਪਰ ਤੁਰਨ ਵਾਲਿਆਂ ਨੇ ਅਜੇ ਵੀ ਇਸ ਰਾਹ ਨੂੰ ਪੰਜਾਬ ਵਾਂਗ ਭੂਤਾਂ ਵਾਲਾ ਰਾਹ ਨਹੀਂ ਸੀ ਐਲਾਨਿਆ। ਇਸ ਰਾਹ ਤੋਂ ਅੱਜ ਵੀ ਨਾਜਾਇਜ਼ ਸਫ਼ਰ
ਬੇਫਿਕਰੀ ਨਾਲ ਚੱਲ ਰਿਹਾ ਹੈ। ਕਈਆਂ ਲਈ ਇਹ ਸੁੰਨਾ ਰਾਹ ਮੌਤ ਬਣ ਕੇ ਬੋੜਦਾ ਤੇ ਕਈਆਂ ਨੂੰ ਆਪਣੀ ਮੰਜ਼ਿਲ ਵੱਲ ਧੱਕ ਦਿੰਦਾ ਹੈ। ਵਾਹਿਗੁਰੂ ਨੂੰ ਚੇਤੇ ਕਰਕੇ ਮੈਂ ਤੇ ਨਿਸ਼ੂ ਕਈ ਦੇਸ਼ਾਂ ਦੇ ਬਾਕੀ ਹੋਰ ਲੋਕਾਂ ਨਾਲ ਇੱਕ ਕਿਸ਼ਤੀ 'ਚ ਸਵਾਰ ਹੋ ਗਏ ਤੇ ਅਗਲਾ ਸਫ਼ਰ ਸ਼ੁਰੂ ਕਰ ਦਿੱਤਾ। ਸਾਡੇ ਲਈ ਸਾਡੇ ਵਾਲੀ ਕਿਸ਼ਤੀ 'ਚ ਕਿਊਬਾ, ਪੇਰੂ, ਐਕਵਾਡੋਰ ਤੋਂ ਆਏ ਕਈ ਲੋਕ ਵੀ ਸਵਾਰ ਸਨ, ਪਰ ਇਸ ਕਿਸ਼ਤੀ ਵਿੱਚ ਅਸੀਂ ਸਿਰਫ 2 ਹੀ ਭਾਰਤੀ ਸਾਂ। ਕਈ ਹੋਰ ਅਣਜਾਣ ਮੁਲਕ ਦੇ ਲੋਕ ਵੀ ਕਿਸ਼ਤੀ 'ਚ ਸਵਾਰ ਸਨ। ਇਹ ਵੀ ਸਾਡੇ ਵਾਂਗੂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਐਂਟਰ ਹੋਣ ਲਈ ਜਾ ਰਹੇ ਸਨ। ਕਿਸ਼ਤੀ 'ਚ 5 ਔਰਤਾਂ ਵੀ ਸਵਾਰ ਸਨ। ਉਹਨਾਂ ਔਰਤਾਂ ਨੂੰ ਅਣਜਾਣ ਲੋਕਾਂ ਨਾਲ ਅਣਜਾਣ ਰਾਹ ਤੇ ਰਾਤ ਵੇਲੇ ਗੈਰ ਕਾਨੂੰਨੀ ਤਰੀਕੇ ਨਾਲ ਸਫ਼ਰ ਕਰਦਿਆਂ ਵੇਖ ਇੱਕ ਵਾਰ ਤਾਂ ਹੈਰਾਨੀ ਜੀ ਹੋਈ, ਪਰ ਫਿਰ ਸਭ ਕੁਝ ਆਮ ਵਰਗਾ ਹੋ ਗਿਆ। ਠਾਠਾਂ ਮਾਰਦੇ ਸਮੁੰਦਰ 'ਚ ਅਣਜਾਣ ਰਾਹਾਂ ਤੇ ਇੰਨਾ ਲੰਬਾ ਇਹ ਮੇਰਾ ਪਹਿਲਾ ਸਫ਼ਰ ਸੀ। ਸਮੁੰਦਰ ਦੀਆਂ ਛੱਲਾਂ ਵਾਰ-ਵਾਰ ਕਿਸ਼ਤੀ ਦਾ ਰਾਹ ਰੋਕਦੀਆਂ ਸਨ, ਪਰ ਕਿਸ਼ਤੀ ਫਿਰ ਵੀ ਤੇਜ਼ੀ ਨਾਲ ਦੌੜਦੀ ਜਾ ਰਹੀ ਸੀ। ਜਦੋਂ ਕਦੇ ਕੋਈ ਵੱਡੀ ਛੱਲ ਕਿਸ਼ਤੀ ਨੂੰ ਧੱਕਾ ਮਾਰਦੀ ਤਾਂ ਸਾਡੇ ਸਾਰਿਆਂ ਦਾ ਸਾਹ ਸੁੱਤਿਆ ਜਾਂਦਾ। ਸਾਨੂੰ ਸਮੁੰਦਰ 'ਚ ਮੌਤ ਰਾਣੀ ਕਿਸ਼ਤੀ ਦੇ ਇਰਦ ਗਿਰਦ ਕੀੜੇ ਮਾਰਦੀ ਜਾਪਦੀ ਲੱਗਦੀ। ਇੰਜ ਲੱਗਦਾ ਸੀ ਕਿ ਹੁਣ ਮਰੇ। ਇਹ ਸੋਚ ਕੇ ਜਿਹੜਾ ਵੀ ਇੱਕ ਵਾਰੀ ਕਿਸ਼ਤੀ 'ਚੋਂ ਡਿੱਗ ਪਿਆ ਉਹਨੂੰ ਕਿਸ਼ਤੀ ਵਾਲਿਆਂ ਨੇ ਕਦੋਂ ਲੱਭਣਾ ਹੈ। ਜੇਕਰ ਸਾਰੀ ਕਿਸ਼ਤੀ ਹੀ ਜਲਮਗਨ ਹੋ ਗਈ ਫਿਰ ਸਾਡੀ ਭਾਲ ਕਿਸਨੇ ਕਰਨੀ ਆ। ਕਦੇ ਇੰਜ ਲੱਗਦਾ ਜਿਵੇਂ ਸਮੁੰਦਰ 'ਚ ਡੁੱਬ ਜਾਣ ਬਾਅਦ ਸਾਨੂੰ ਮੱਛੀਆਂ ਖਾ ਰਹੀਆਂ ਹੋਣ। ਇਹ ਸੋਚ ਕੇ ਮੈਨੂੰ ਕਈ ਵਾਰੀ ਧੁੜ ਆਈ। ਰਾਤ ਦੇ 10 ਵਜੇ ਸ਼ੁਰੂ ਹੋਇਆ ਕਿਸ਼ਤੀ ਦਾ ਸਫ਼ਰ ਸਾਰੀ ਰਾਤ ਜਾਰੀ ਰਿਹਾ ਤੇ ਅਸੀਂ ਸਾਰੀ ਰਾਤ ਠਾਠਾ ਮਾਰਦੇ ਸਮੁੰਦਰ 'ਚ ਇੱਕ ਨਿੱਕੀ ਜਿਹੀ ਕਿਸ਼ਤੀ ਦੁਆਰਾ ਅਧਿਕ ਮੰਜ਼ਿਲ ਵੱਲ ਵਧਦੇ ਰਹੇ। ਲਗਭਗ 7 ਘੰਟੇ ਸਫ਼ਰ ਕਰਨ ਤੋਂ ਬਾਅਦ ਕਿਸ਼ਤੀ ਕਪੂਰਖਾਨਾ ਪਹੁੰਚੀ ਤੇ ਸਾਨੂੰ ਸਭ ਨੂੰ ਡੰਗਰਾਂ ਵਾਂਗੂ ਧੱਕੇ ਮਾਰ ਕੇ ਥੱਲੇ ਸੁੱਟ ਦਿੱਤਾ ਗਿਆ। ਧੱਕੇ ਖਾਣ ਵਕਤ ਇੱਥੇ ਪਹਿਲੀ ਵਾਰੀ ਅਹਿਸਾਸ ਹੋਇਆ ਸੀ ਕਿ ਕਿਸੇ ਨੂੰ ਧੱਕੇ ਮਾਰਨ ਵਕਤ ਮਨ 'ਚ ਕਿਹੋ ਜਿਹੇ ਵਿਚਾਰ ਉੱਠਦੇ ਹਨ। ਸਾਨੂੰ ਕਿਨਾਰੇ ਤੇ ਪਟਕ ਕੇ 1 ਮਿੰਟ ਵਿੱਚ ਕਿਸ਼ਤੀ ਸਾਡੀਆਂ ਅੱਖਾਂ ਤੋਂ ਓਲੇ ਹੋ ਗਈ। ਅਸੀਂ ਸਭ ਸਮੁੰਦਰ ਦੇ ਕਿਨਾਰੇ ਇੱਕ ਪਹਾੜੀ ਦੀਆਂ ਜੜ੍ਹਾਂ 'ਚ ਬੈਠ ਗਏ ਤੇ ਆਪੋ ਆਪਣੇ ਏਜੰਟਾਂ ਨੂੰ ਫੋਨ ਕਰਨ ਲੱਗੇ। ਕੁਝ ਕੁ ਘੰਟਿਆਂ 'ਚ ਦਿਨ ਚੜ੍ਹ ਗਿਆ ਤੇ ਸੂਰਜ ਦੀ ਰੋਸ਼ਨੀ ਨੇ ਆਲਾ ਦੁਆਲਾ ਦਿਸਣ ਦਾ ਲਾ ਦਿੱਤਾ, ਪਰ ਹਰ ਪਾਸੇ ਸੁੰਨ ਹੀ ਸੁੰਨ ਸੀ। ਕਿਧਰੇ ਵੀ ਕੋਈ ਮਨੁੱਖ ਨਹੀਂ ਸੀ ਦਿਸਦਾ। ਇੱਕ ਵਾਰ ਸੋਚ ਕੇ ਚਿੱਤ ਧੱਸ ਦੇਣੀ ਬੈਠ ਗਿਆ ਕਿ ਹੁਣ ਕਿੱਧਰ ਜਾਵਾਂਗੇ। ਪਰ ਜਦੋਂ ਹੋਰ ਰੋਸ਼ਨੀ ਹੋਈ ਅਸੀਂ ਆਸੇ-ਪਾਸੇ ਵੇਖਣ ਲੱਗੇ ਤੇ ਸਾਨੂੰ ਕਈ ਹੋਰ ਬੰਦੇ ਵੀ ਦਿਖਾਈ ਦਿੱਤੇ। ਇਸੇ ਸਮੁੰਦਰੀ ਰਸਤੇ ਸਾਡੇ ਇੱਕ ਹੋਰ ਕਿਸ਼ਤੀ ਆਈ ਸੀ। ਇਹ ਸਾਰੇ ਲੋਕ ਉਸੇ ਵਿੱਚੋਂ ਹੀ ਉਤਰੇ ਸਨ। ਗੌਰ ਨਾਲ ਵੇਖਿਆ ਤਾਂ ਕਈ ਜਣੇ ਸਾਨੂੰ ਭਾਰਤੀ ਲੱਗੇ। ਚਿਹਰੇ ਮੋਹਰੇ ਵੇਖ ਕੇ ਪਹਿਚਾਣ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵਿੱਚੋਂ ਕਿਸੇ ਨੇ ਪੰਜਾਬੀ ਤੇ ਹਿੰਦੀ ਰਲੇਵੇਂ ਵਾਲੀ ਹਰਿਆਣੇ ਦੀ ਭਾਸ਼ਾ ਬੋਲੀ। ਬਿਲਕੁਲ ਸੁੰਨਸਾਨ ਥਾਂ ਤੇ ਆਪਣੀ ਭਾਸ਼ਾ ਤੇ ਆਪਣੇ ਦੇਸ਼ ਦੇ ਬੰਦੇ ਮਿਲਣ ਕਰਕੇ ਸਾਨੂੰ ਚਾਹ ਚੜ ਗਿਆ ਸੀ ਤੇ ਇੱਕ ਵਾਰ ਫੇਰ ਜ਼ਿੰਦਗੀ ਰੁਮਕਣ ਲੱਗ ਗਈ। ਇਹਨਾਂ ਵਿੱਚ 7 ਜਣੇ ਹਰਿਆਣਵੀ ਸਨ। ਅਸੀਂ ਕੁਝ ਸਮਾਂ ਸਮੁੰਦਰੀ ਸਫ਼ਰ ਦੀਆਂ ਤੇ ਵਾਰ-ਵਾਰ ਹਨੇਰੇ 'ਚ ਦਿਸਦੀ ਮੌਤ ਦੀਆਂ ਗੱਲਾਂ ਸਾਂਝੀਆਂ ਕਰਦੇ ਰਹੇ। ਦੋਸਤੋ, ਅੱਗੇ ਪੜ੍ਹਨ ਤੋਂ ਪਹਿਲਾਂ ਮੈਂ ਇਸ ਤਰਾਸਦੀ ਨੂੰ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਕਿ ਤੇ ਦੋਸਤਾਂ ਦੇ ਮੈਸੇਜ ਵੀ ਨਾਲ ਦੇ ਨਾਲ ਸ਼ੇਅਰ ਕਰਨਾ ਚਾਹਾਂਗੀ। ਤੇ ਅਗਲੇ ਸ਼ੋਅ ਦੇ ਵਿੱਚ ਮਤਲਬ ਕਿ ਕੱਲ ਨੂੰ ਅਸੀਂ ਨਾਲ ਦੇ ਨਾਲ ਤੁਹਾਨੂੰ
ਹਰਜਿੰਦਰ ਸਿਆਣ ਦੀਆਂ ਭੇਜੀਆਂ ਹੋਈਆਂ ਫੋਟੋਆਂ ਵੀ ਦਿਖਾਵਾਂਗੇ, ਸ਼ੋਅ ਕਰਾਂਗੇ, ਤਾਂ ਕਿ ਜਿਹੜਾ ਸਾਡਾ ਇਹ ਪ੍ਰੋਗਰਾਮ, ਇਹ ਨਾਵਲ ਨੂੰ ਸ਼ੁਰੂ ਕਰਨ ਦਾ ਜੋ ਮਕਸਦ ਹੈ ਉਹ ਪੂਰਾ ਹੋਵੇ। ਮਤਲਬ ਜੋ ਦੁਸ਼ਵਾਰੀਆਂ ਆਪਾਂ ਗਲਤ ਰਸਤੇ ਇਸ ਤਰ੍ਹਾਂ ਬਣਾ ਕੇ ਅਵੈਧ ਤਰੀਕਿਆਂ ਦੇ ਨਾਲ ਬਾਹਰ ਜਾਂਦੇ ਹਾਂ, ਉਹ ਤੁਹਾਨੂੰ ਪਤਾ ਲੱਗਣ, ਅੱਗੇ ਦੱਸੋ। ਬੇਸ਼ੱਕ ਤੁਸੀਂ ਨਾ ਵੀ ਜਾਣਾ ਹੋਵੇ, ਪਰ ਅੱਗੇ ਉਹਨਾਂ ਨੂੰ ਉਹਨਾਂ ਲੋਕਾਂ ਦੇ ਨਾਲ ਸ਼ੇਅਰ ਕਰੋ ਜਿਨ੍ਹਾਂ ਦੇ ਮਨ ਦੇ ਵਿੱਚ ਹਮੇਸ਼ਾ ਜਦੋਂ ਕੋਈ ਉਹਨਾਂ ਨੂੰ ਤਰੀਕਾ ਨਹੀਂ ਲੱਭਦਾ ਤਾਂ ਉਹ ਅਵੈਧ ਤਰੀਕੇ ਰਾਹੀਂ ਬਾਹਰ ਜਾਣਾ ਲੋਚਦੇ ਨੇ। ਸੋ ਦੋਸਤੋ, ਇਸ ਤੋਂ ਪਹਿਲਾਂ ਕਿ ਮੈਂ ਅੱਗੇ ਵਧਾਂ, ਆਓ ਦੋਸਤੋ ਆਪਾਂ ਥੋੜਾ ਜਿਹਾ ਤੁਹਾਡੇ ਨਾਲ ਵੀ ਰੂਬਰੂ ਹੋ ਲਈਏ। ਅਪਨਿੰਦਰਪਾਲ ਸਿੰਘ ਸਿੱਧੂ ਜੀ ਆਏ ਨੇ, ਬਹੁਤ ਖੂਬ ਕਹਿ ਰਹੇ ਨੇ, ਬਹੁਤ ਬਹੁਤ ਸ਼ੁਕਰਾਨਾ ਜੀਓ। ਮੁਨੱਜ਼ਾ ਖਾਨ ਜੀ, ਅਨੀਤਾ ਗੰਧੇਰ ਜੀ ਆਏ ਨੇ, ਸਤਿੰਦਰ ਕੌਰ ਕਾਲੋ ਜੀ ਆਏ ਨੇ, ਕਹਿੰਦੇ ਵਾਹ ਕਮਾਲ ਅੰਦਾਜ਼ੇ ਬਿਆਨਦੀਪ ਜੀ, ਸ਼ੁਕਰੀਆ। ਰਮੇਸ਼ ਸਹੋਤਾ ਜੀ ਆਏ ਨੇ, ਪ੍ਰਿੰਸੀਪਲ ਭਾਟੀਆ ਜੀ ਆਏ ਨੇ, ਬਾ ਕਮਾਲ ਪੇਸ਼ਕਾਰੀ ਕਰਕੇ ਮੈਨੂੰ ਮੇਰੀ ਹੌਸਲਾ ਅਫਜ਼ਾਈ ਕਰ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰਾਨਾ ਜੀਓ। ਸੁਰਜੀਤ ਧਾਮੀ ਜੀ ਪਹੁੰਚੇ ਨੇ, ਫਤਿਹ ਸਿੰਘ ਜੀ ਪਹੁੰਚੇ ਨੇ, ਕਹਿੰਦੇ ਬਹੁਤ ਖੂਬ, ਵਾਹ ਕਮਾਲ ਜੀ, ਬਹੁਤ ਬਹੁਤ ਸ਼ੁਕਰੀਆ। ਕੋਮਲ ਜੀ ਆਏ ਨੇ, ਕਹਿੰਦੇ ਨੇ ਗ੍ਰੇਟ ਸ਼ੋ, ਬਹੁਤ ਬਹੁਤ ਸ਼ੁਕਰਾਨਾ ਜੀ। ਅਜੇ ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗੇਗਾ ਤਾਂ ਕਿ ਆਪਾਂ ਸਾਰੇ ਇਸ ਸ਼ੋਅ ਨੂੰ ਵੱਧ ਤੋਂ ਵੱਧ ਵਾਇਰਲ ਕਰੀਏ, ਤਾਂ ਕਿ ਇਹ ਜਿਹੜੇ ਸੁਨੇਹੇ ਨੇ, ਇਹ ਜਿਹੜੀ ਮੌਤ ਦੀਆਂ ਰਾਹਾਂ ਨਾਂ ਦਾ ਇੱਕ ਇਹ ਸਫ਼ਰਨਾਮਾ ਹੈ ਜਿਹੜਾ, ਇਹ ਸਾਰਿਆਂ ਦੇ ਕੋਲ ਉਂਝ ਦਾ ਉਂਝ ਹੀ ਪਹੁੰਚੇ, ਤਾਂ ਕਿ ਜਿਹੜੇ ਲੋਕ ਅਵੈਧ ਤਰੀਕਿਆਂ ਦੇ ਨਾਲ ਬਾਹਰ ਜਾਂਦੇ ਨੇ ਜਾਂ ਕੋਸ਼ਿਸ਼ ਕਰਦੇ ਨੇ ਫਿਰ ਕਦੇ ਵੀ ਨਹੀਂ ਮੁੜਦੇ। ਇਹ ਤਾਂ ਲੇਖਕ ਤਾਂ ਕਿਸਮਤ ਵਾਲਾ ਸੀ ਜਿਹੜਾ ਇਕੱਲਾ ਹੀ ਪਹੁੰਚਿਆ ਤੇ ਸਾਰਿਆਂ ਨੂੰ ਉਹਨਾਂ ਦੁਸ਼ਵਾਰੀਆਂ ਦਾ ਪਤਾ ਲੱਗਾ। ਨਹੀਂ ਤਾਂ ਜੋ ਆਪਾਂ ਪੜ੍ਹਦੇ ਜਾਵਾਂਗੇ, ਸੁਣਦੇ ਜਾਵਾਂਗੇ, ਉਹ ਸਾਰਾ ਤੁਸੀਂ ਪਲੀਜ਼ ਸੁਣਦੇ ਜਾਣਾ। ਆਓ ਹੁਣ ਅੱਗੇ ਚੱਲਦੇ ਹਾਂ। ਕੀ ਕਹਿੰਦੇ ਨੇ ਹਰਜਿੰਦਰ ਸਿਆਣ? ਮੌਤ ਪਰੋਸਦੇ ਖਤਰਨਾਕ ਪਹਾੜੀ ਰਸਤਿਆਂ ਦਾ ਜਿਹੜਾ ਸਫ਼ਰ ਹੈ ਉਹਦੇ ਬਾਰੇ ਹੁਣ ਉਹਨਾਂ ਨੇ ਦੱਸਣਾ ਸ਼ੁਰੂ ਕੀਤਾ ਕਿ ਕੁਝ ਕੁ ਸਮੇਂ ਬਾਅਦ ਪਹਾੜੀਆਂ ਦਾ ਸਫ਼ਰ ਮੁੜ ਸ਼ੁਰੂ ਹੋ ਗਿਆ। 2 ਡੌਂਕਰ ਮੁੰਡੇ ਸਾਨੂੰ ਲੈਣ ਆਏ ਸਨ ਤੇ ਅਸੀਂ ਸਭ ਭਾਰਤੀ ਮੁੰਡੇ ਉਹਨਾਂ ਦੇ ਪਿੱਛੇ ਤੁਰ ਪਏ। ਸਾਡੀ ਅਗਲੀ ਕਾਰਵਾਈ ਕਰ ਰਹੇ ਡੌਂਕਰ ਉੱਚੀਆਂ ਪਹਾੜੀਆਂ ਦੇ ਜੰਗਲੀ ਰਸਤੇ ਅੱਗੇ ਵਧਣ ਲੱਗੇ ਤੇ ਅਸੀਂ ਸਾਰੇ ਜਣੇ ਉਹਨਾਂ ਦੇ ਪਿੱਛੇ ਜਾ ਰਹੇ ਸਾਂ। ਲਗਾਤਾਰ 3 ਘੰਟੇ ਪਹਾੜੀ ਚੜ੍ਹ ਕੇ ਸਾਡੀਆਂ ਲੱਤਾਂ ਦੀ ਬੱਸ ਹੋ ਗਈ ਸੀ। ਸਾਡੇ ਬੈਗਾਂ ਵਿਚਲਾ 15-15 ਕਿਲੋ ਭਾਰ ਸਾਨੂੰ ਹੋਰ ਤੰਗ ਕਰ ਰਿਹਾ ਸੀ। ਬੈਗਾਂ ਵਿੱਚ ਕੁਝ ਕੱਪੜੇ ਸਨ ਤੇ ਬਾਕੀ ਏਜੰਟ ਦੁਆਰਾ ਦਿੱਤਾ ਹੋਇਆ ਖਾਣ ਪੀਣ ਦਾ ਸਮਾਨ ਸੀ। ਇਹ ਸਮਾਨ ਨਾ ਤਾਂ ਕਿਸੇ ਨੂੰ ਫੜਾਇਆ ਜਾ ਸਕਦਾ ਸੀ ਤੇ ਨਾ ਹੀ ਸੁੱਟਿਆ ਜਾ ਸਕਦਾ ਸੀ ਤੇ ਨਾ ਹੀ ਚੁੱਕਿਆ ਜਾ ਰਿਹਾ ਸੀ। ਚਲਦੇ ਅਸੀਂ ਦਿਨ ਦੇ 2 ਵਜੇ ਕਪੂਰਗਾਨਾ ਪਿੰਡ ਵਿੱਚ ਪਹੁੰਚੇ। ਕਪੂਰਗਾਨਾ ਪਿੰਡ ਵਿੱਚ ਵਸਦੇ ਸਭ ਲੋਕ ਇਹੋ ਹੀ ਕੰਮ ਕਰਦੇ ਸਨ, ਮਤਲਬ ਡੌਂਕੇ ਦਾ ਹੀ ਕੰਮ ਕਰਦੇ ਸਨ। ਇਸ ਪਿੰਡ ਦੇ ਲੋਕ ਸਾਡੇ ਵਰਗੇ ਲੋਕਾਂ ਨੂੰ 5 ਦਿਨ ਦਾ ਸਫ਼ਰ ਤੈਅ ਕਰਵਾਉਂਦੇ ਹਨ। ਅਸਲੀ ਡੌਂਕਰਾਂ ਵਾਲੇ ਇਸ ਪਿੰਡ ਦੇ ਲੋਕ ਸੁੰਨੇ ਪਹਾੜੀ ਰਸਤਿਆਂ ਦੇ ਕਾਫੀ ਜਾਣਕਾਰ ਹਨ। ਅਸੀਂ ਉਸ ਪਿੰਡ ਵਿੱਚ ਆਰਾਮ ਕੀਤਾ ਤੇ ਸ਼ਾਮ ਨੂੰ ਸਫ਼ਰ ਤੇ ਨਿਕਲਣ ਦੀ ਤਿਆਰੀ ਕਰ ਲਈ। ਸ਼ਾਇਦ ਇਹ ਉਹੀ ਸਫ਼ਰ ਸੀ ਜਿਸ ਵਿੱਚ ਕਿਸੇ ਵੀ ਮਾਂ ਦੇ ਪੁੱਤ ਤੇ ਭੈਣ ਦੇ ਭਰਾ ਨੂੰ ਕਦੇ ਨਹੀਂ ਆਉਣਾ ਚਾਹੀਦਾ। ਦੋਸਤੋ, ਦੁਬਾਰਾ ਤੋਂ ਪੜਾਂਗੀ ਮੈਂ। ਇਹ ਉਹੀ ਸਫ਼ਰ ਸੀ ਜਿਸ ਵਿੱਚ ਕਿਸੇ ਵੀ ਮਾਂ ਦੇ ਪੁੱਤ ਤੇ ਭੈਣ ਦੇ ਭਰਾ ਨੂੰ ਕਦੇ ਵੀ ਆਉਣਾ ਨਹੀਂ ਚਾਹੀਦਾ। 13 ਜੂਨ ਦੀ ਸ਼ਾਮ ਨੂੰ 7 ਵਜੇ 2 ਨਵੀਂ ਉਮਰ ਦੇ ਡੌਂਕਰ ਮੁੰਡਿਆਂ ਨਾਲ ਸਾਡਾ ਸਫ਼ਰ ਸ਼ੁਰੂ ਹੋ ਗਿਆ।
ਇਸ ਸਫ਼ਰ ਵਿੱਚ ਅਸੀਂ 50 ਜਣੇ ਸ਼ਾਮਿਲ ਸਾਂ। ਇਹਨਾਂ ਵਿੱਚ 30 ਜਣੇ ਭਾਰਤੀ ਸਨ ਤੇ ਬਾਕੀ ਸਪੈਨਿਸ਼ ਔਰਤਾਂ ਤੇ ਨੀਗਰੋ ਕਾਲੇ ਲੋਕ ਸਨ। ਪਹਿਲੇ ਪਹਾੜੀ ਤੇ ਸਾਡੇ ਨਾਲ 15 ਡੌਂਕਰ ਤੁਰ ਰਹੇ ਸਨ। ਇਹਨਾਂ ਕੋਲ 15 ਘੋੜੇ ਤੇ ਘੋੜੀਆਂ ਵੀ ਸਨ। ਤਿੱਖੀ ਚੜ੍ਹਾਈ ਕਾਰਨ ਜਿਨ੍ਹਾਂ ਦਾ ਵੀ ਦਮ ਚੜ੍ਹਦਾ, ਇਹ ਡੌਂਕਰ ਉਸ ਵਿਅਕਤੀ ਤੋਂ $50 ਲੈ ਕੇ ਉਸਨੂੰ ਘੋੜੇ ਤੇ ਬਿਠਾ ਲੈਂਦੇ ਸਨ। ਭਾਰਤ ਦੇ ਮੈਦਾਨੀ ਇਲਾਕਿਆਂ 'ਚ ਜ਼ਿੰਦਗੀ ਦੀਆਂ ਮੌਜਾਂ ਲੁੱਟਣ ਵਾਲਿਆਂ ਨੂੰ ਪਹਾੜਾਂ ਦੀ ਚੜ੍ਹਾਈ ਤੇ ਉਤਰਾਈ ਧੱਫੇ ਮਾਰ ਰਹੀ ਸੀ। ਭਾਵੇਂ ਇਹ ਡੌਂਕਰ ਸਾਨੂੰ ਮੰਜ਼ਿਲ ਵਾਲਾ ਰਾਹ ਵੀ ਦੱਸ ਰਹੇ ਸਨ, ਪਰ ਨਾਲੋਂ ਨਾਲ ਇਹ ਸਾਡੀ ਮਜਬੂਰੀ ਦਾ ਵੀ ਲਾਭ ਉਠਾ ਰਹੇ ਸਨ। ਇਹਨਾਂ ਡੌਂਕਰਾਂ ਨੇ ਨਾ ਕੇਵਲ ਬੈਗ ਆਦਿ ਚੁੱਕਣ ਦਾ ਮੁੱਲ $10 ਰੱਖ ਦਿੱਤਾ ਸੀ, ਮਰਦੇ ਖੱਪਦੇ ਥੱਕੇ ਟੁੱਟੇ ਮੋਢਿਆਂ ਤੇ ਬੈਗ ਤੇ ਬੇਕਾਰ ਜਿਹੀਆਂ ਲਾਈਟਾਂ ਚੁੱਕੀ ਅਸੀਂ ਰਾਤ ਦੇ 2 ਵਜੇ ਪਹਿਲੀ ਪਹਾੜੀ ਦੇ ਸਿਖਰ ਤੇ ਪੁੱਜ ਗਏ। ਇੱਥੇ ਸਾਡੇ ਨਾਲ ਤੁਰ ਰਹੇ ਡੌਂਕਰਾਂ ਨੇ ਕਈ ਮੁੰਡਿਆਂ ਦੇ ਬੈਗਾਂ ਵਿੱਚੋਂ ਧੱਕੇ ਨਾਲ ਫੋਨ ਵੀ ਕੱਢ ਲਏ। ਜਦੋਂ ਅਸੀਂ ਫੋਨ ਵਾਪਸ ਮੰਗੇ ਤਾਂ ਇਹਨਾਂ ਡੌਂਕਰਾਂ ਨੇ ਰਿਵਾਲਵਰ ਦਿਖਾ ਕੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਹਨਾਂ ਦੇ ਤੀਵਰਾਂ ਦੇ ਅਚਾਨਕ ਲੁੱਟ ਮਾਰ ਵਾਲੇ ਹੋਣ ਕਰਕੇ ਅਸੀਂ ਡਰ ਗਏ ਤੇ ਫੋਨਾਂ ਨਾਲੋਂ ਆਪਣੀ ਜਾਨ ਨੂੰ ਜ਼ਿਆਦਾ ਕੀਮਤੀ ਸਮਝੇ ਅਸੀਂ ਚੁੱਪ ਕਰ ਗਏ। ਲਗਾਤਾਰ 7 ਘੰਟੇ ਪਹਾੜੀ ਚੜ੍ਹਨ ਤੋਂ ਬਾਅਦ ਫਿਰ ਉਤਰਾਈ ਸ਼ੁਰੂ ਹੋ ਗਈ। ਪਹਾੜੀ ਤੋਂ ਹੇਠਾਂ ਉਤਰਦਿਆਂ ਸਾਨੂੰ 3 ਘੰਟੇ ਹੋਰ ਲੱਗ ਗਏ ਤੇ ਨਾਲ ਕੇਵਲ 2 ਡੌਂਕਰ ਹੀ ਰਹਿ ਗਏ ਸਨ। ਬਾਕੀ 13 ਡੌਂਕਰ ਸਾਡੀ ਲੁੱਟ ਖੋਹ ਕਰਕੇ ਵਾਪਿਸ ਜਾ ਚੁੱਕੇ ਸਨ। ਦੋਸਤੋ, ਬੜੇ ਧਿਆਨ ਨਾਲ ਇਹਨਾਂ ਗੱਲਾਂ ਨੂੰ ਸੁਣੋ। ਪਹਿਲੇ ਦਿਨ ਤੇ ਪਹਿਲੀ ਰਾਤ ਸਰੀਰ ਨੇ ਬਹੁਤ ਤਕਲੀਫ ਮਹਿਸੂਸ ਕੀਤੀ, ਪਰ ਹਰ ਸਾਹ ਪੈਂਦੀ ਚੀਜ਼ ਦਾ ਦੁੱਖ ਵੰਡਾਉਣ ਵਾਲਾ ਕਿਧਰੇ ਕੋਈ ਵੀ ਨਹੀਂ ਸੀ। ਸ਼ਾਇਦ ਇਸੇ ਲਈ ਇੰਨੀ ਤਕਲੀਫ ਪਹਿਲਾਂ ਕਦੇ ਵੀ ਮੈਨੂੰ ਮਹਿਸੂਸ ਨਹੀਂ ਸੀ ਕੀਤੀ। ਸਵੇਰੇ ਇੱਕ ਨਦੀ ਤੇ ਪਹੁੰਚ ਕੇ ਅਸੀਂ ਸਭ ਨੇ ਪਾਣੀ ਪੀਤਾ ਤੇ 2 ਘੰਟੇ ਆਰਾਮ ਕੀਤਾ। ਦੂਜੀ ਸਵੇਰ ਫੇਰ ਉਹੀ ਪਹਾੜੀਆਂ ਦਾ ਸਫ਼ਰ ਸ਼ੁਰੂ ਹੋ ਗਿਆ। ਲਗਾਤਾਰ ਤੁਰਦੇ ਰਹਿਣ ਤੇ ਘਟ ਰਹੀ ਸਰੀਰਕ ਸ਼ਕਤੀ ਕਰਕੇ ਹੌਲੀ-ਹੌਲੀ ਸਭ ਲੋਕਾਂ ਨੂੰ ਆਪੋ ਆਪਣੇ ਬੈਗ ਭਾਰੇ ਲੱਗਣ ਲੱਗ ਗਏ। ਵੱਧ ਰਹੇ ਥਕੇਵੇਂ ਕਾਰਨ ਅਸੀਂ ਹਰ 2-4 ਘੰਟਿਆਂ ਬਾਅਦ ਆਪਣੇ ਬੈਗ ਤੋਂ ਫਾਲਤੂ ਕੱਪੜੇ, ਲੀੜੇ, ਟੋਪੀਆਂ, ਕੋਟੀਆਂ ਬਾਹਰ ਕੱਢ ਕੇ ਸੁੱਟਣ ਲੱਗ ਪਏ ਸਾਂ। ਅਸਮਾਨ ਛੂੰਦੀਆਂ ਪਹਾੜੀਆਂ ਤੇ ਸਿਰਫ ਖਾਣਾ, ਬਿਸਕਿਟ, ਰੈੱਡ ਬੁੱਲ, ਰਸਨਾ ਵਗੈਰਾ ਲੈ ਕੇ ਚੜ੍ਹਨਾ ਬਹੁਤ ਮੁਸ਼ਕਿਲ ਸੀ। ਇਸ ਤਰ੍ਹਾਂ ਦੇ ਆਲਮ ਵਿੱਚ ਘੱਟ ਲੋੜ ਵਾਲੀਆਂ ਵਸਤਾਂ ਬੋਝਣ ਲੱਗ ਪੈਂਦੀਆਂ। ਸਪੈਨਿਸ਼ ਔਰਤਾਂ ਦਾ ਤਾਂ ਬੁਰਾ ਹਾਲ ਸੀ। ਲਗਾਤਾਰ 3 ਦਿਨ ਅਸੀਂ ਬੱਦਲਾਂ ਤੋਂ ਉੱਤੇ ਦੀ ਪਹਾੜੀਆਂ ਤੇ ਚੱਲਦੇ ਰਹੇ। ਹੁਣ ਤੱਕ ਅਸੀਂ ਕਈ ਪੰਜਾਬੀ ਮੁੰਡੇ ਆਪਸ ਵਿੱਚ ਦੋਸਤ ਬਣ ਚੁੱਕੇ ਤੇ ਇੱਕ ਦੂਜੇ ਦਾ ਨਾਮ ਵੀ ਜਾਣਨ ਲੱਗ ਪਏ ਸਾਂ। ਕਦੇ ਡੌਂਕਰ ਸਾਨੂੰ ਪਹਾੜੀ ਤੋਂ ਹੇਠਾਂ ਕਿਸੇ ਝਰਨੇ ਤੇ ਲੈ ਜਾਂਦਾ ਜਾਂ ਅਸੀਂ ਭੱਜ ਪਾਣੀ ਵੱਲ ਜਾਂਦੇ, ਕਮਲਿਆਂ ਵੱਲ ਪੀਂਦੇ ਤੇ ਫਿਰ ਸਕੂਨ ਮਹਿਸੂਸ ਕਰਦੇ। ਦੋਸਤੋ, ਹੁਣ ਜੋ ਅਗਲਾ ਪੜਾਅ ਮੈਂ ਪੜ੍ਹਨ ਲੱਗੀ ਹਾਂ ਉਹ ਉਹਨਾਂ ਦੀ 5ਵੇਂ ਦਿਨ ਦੇ ਖਤਰਨਾਕ ਸਫ਼ਰ ਦੀ ਇੱਕ ਸੱਚਾਈ ਹੈ। ਧਿਆਨ ਨਾਲ ਸੁਣਨਾ। 4 ਦਿਨ ਲਗਾਤਾਰ ਅਸਮਾਨ ਛੂੰਦੀਆਂ ਪਹਾੜੀਆਂ ਦਾ ਉੱਪਰ ਹੇਠਾਂ ਉਬੜ ਖਾਬੜ ਸਫ਼ਰ ਕਰਨ ਨਾਲ ਮੇਰੀ ਤੇ ਮੇਰੇ ਨਾਲ ਦੇ ਕਈ ਮੁੰਡਿਆਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਹੋਣੀ ਵੀ ਸੀ। ਕਿੱਥੇ ਸਾਫ਼ ਧਰਤੀ ਵਾਲੇ ਪੰਜਾਬ ਦੀਆਂ ਮੌਜਾਂ ਤੇ ਕਿੱਥੇ ਮਨੁੱਖੀ ਪੈਰਾਂ ਤੋਂ ਦੂਰ ਸੁੰਨੀਆਂ ਤੇ ਬੰਦੇ ਮਾਰੂ ਪਹਾੜੀਆਂ ਦਾ ਸਫ਼ਰ। ਪਹਾੜੀ ਸਫ਼ਰ ਦੌਰਾਨ ਮੈਂ ਕੁਝ ਵੀ ਨਹੀਂ ਸੀ ਖਾਧਾ।
ਦਿਨ ਰਾਤ ਮੀਂਹ ਪੈਂਦਾ ਰਹਿੰਦਾ ਸੀ। ਰਾਤ ਹੁੰਦੀ ਤਾਂ ਅਸੀਂ ਜੰਗਲੀ ਚਿੱਕੜ ਵਿੱਚ ਹੀ ਸੌਂ ਜਾਂਦੇ। ਇੱਥੇ ਸਮਝ ਆਈ ਸੀ ਪੰਜਾਬ ਦੀ ਉਹ ਕਹਾਵਤ ਕਿ ਨੀਂਦ ਨਾ ਵੇਖੇ ਬਿਸਤਰਾ ਤੇ ਭੁੱਖ ਨਾ ਵੇਖੇ ਮਾਸ। ਕਦੇ ਕਦੇ ਜ਼ਿਆਦਾ ਥਕੇਵੇਂ ਕਾਰਨ ਮਾੜੀ ਮੋਟੀ ਨੀਂਦ ਆਉਂਦੀ ਤੇ ਕਦੇ ਉਹ ਵੀ ਨਾ ਆਉਂਦੀ। ਅੱਜ ਸਾਡੇ ਪਹਾੜੀ ਸਫ਼ਰ ਨੂੰ ਸ਼ੁਰੂ ਹੋਇਆ 5 ਦਿਨ ਬੀਤ ਗਏ ਸਨ, ਪਰ ਜੰਗਲ ਤੇ ਪਹਾੜੀਆਂ ਮੁੱਕਣ ਦਾ ਨਾਂ ਹੀ ਨਹੀਂ ਸੀ ਲੈ ਰਹੇ। 5ਵੇਂ ਦਿਨ ਪਹਾੜ ਤੇ ਪੁੱਜਣ ਵਕਤ ਮੇਰੀ ਪਾਣੀ ਵਾਲੀ ਬੋਤਲ ਚੋਂ ਪਾਣੀ ਵੀ ਮੁੱਕ ਗਿਆ ਸੀ। ਮੇਰੀ ਹਾਲਤ ਬੁਰੀ ਤਰ੍ਹਾਂ ਵਿਗੜ ਚੁੱਕੀ ਸੀ, ਕਿਉਂਕਿ ਪਿਛਲੇ 4.5 ਦਿਨਾਂ ਤੋਂ ਮੈਂ ਸਿਰਫ ਪਾਣੀ ਹੀ ਪੀ ਰਿਹਾ ਸੀ। ਕੁਝ ਵੀ ਖਾਣ ਨੂੰ ਦਿਲ ਨਹੀਂ ਸੀ ਕਰਦਾ। ਹਰ ਪਲ ਇਹੀ ਲੱਗਦਾ ਰਹਿੰਦਾ ਸੀ ਕਿ ਵਾਹਿਗੁਰੂ ਇਸ ਜੰਗਲ ਨੂੰ ਖਤਮ ਕਰ ਦੇਵੇ ਤੇ ਸਾਨੂੰ ਕਿਸੇ ਕਿਨਾਰੇ ਲਗਾਵੇ। ਚਲਦੇ ਚਲਦੇ ਮੇਰੀ ਹਾਲਤ ਹੋਰ ਵਿਗੜ ਗਈ ਸੀ। ਇੱਕ ਥਕੇਵਾਂ, ਦੂਸਰਾ ਪਾਣੀ ਦੀ ਅਣਹੋਂਦ। ਜਦੋਂ ਮੈਨੂੰ ਕਿਤੇ ਵੀ ਪੀਣ ਵਾਲਾ ਪਾਣੀ ਨਾ ਮਿਲਿਆ ਤਾਂ ਮੈਂ ਜਾਨ ਬਚਾਉਣ ਲਈ ਪਹਾੜ ਦੇ ਉੱਤੇ ਪਗਡੰਡੀਆਂ ਤੇ ਪੈਰਾਂ ਦੇ ਨਿਸ਼ਾਨ ਨਾਲ ਬਣੇ ਟੋਇਆਂ 'ਚ ਖੜਾ ਗੰਦਾ ਪਾਣੀ ਵੀ ਪੀਤਾ। ਉਸ ਵੇਲੇ ਮੇਰੀ ਹਾਲਤ ਇਹ ਸੀ ਕਿ ਆਪਣੀ ਜ਼ਿੰਦਗੀ ਬਚਾਉਣ ਲਈ ਮੈਂ ਕੁਝ ਵੀ ਪੀ ਸਕਦਾ ਸੀ। ਥਕਾਵਟ ਨਾਲ ਬੁਰਾ ਹਾਲ ਸੀ। ਫੁੱਟ ਲੰਬੇ ਬੂਟਾਂ ਨੇ ਮੇਰੇ ਪੈਰਾਂ ਦਾ ਬੁਰਾ ਹਾਲ ਕੀਤਾ ਪਿਆ ਸੀ। ਪੈਰਾਂ ਦੀ ਚਮੜੀ ਗਰਮੀ ਤੇ ਮੀਂਹ ਦੇ ਪਾਣੀ ਨਾਲ ਬੁਰੀ ਤਰ੍ਹਾਂ ਗਲ ਚੁੱਕੀ ਸੀ। ਇੱਕ ਚੰਗੀ ਗੱਲ ਇਹ ਸੀ ਕਿ ਬੁਰੀ ਹਾਲਤ ਦੇ ਬਾਵਜੂਦ ਵੀ ਮੈਂ ਪੈਰਾਂ ਦੇ ਜ਼ਖਮਾਂ ਦਾ ਦਰਦ ਮੈਨੂੰ ਸਿਰਫ ਰਾਤ ਨੂੰ ਉਦੋਂ ਮਹਿਸੂਸ ਹੁੰਦਾ ਸੀ ਜਦੋਂ ਮੈਂ ਸੌਣ ਵੇਲੇ ਇੱਕ ਬੂਟ ਉਤਾਰਦਾ ਸੀ। ਮੇਰੇ ਨਾਲ ਦੇ ਸਾਰੇ ਯਾਤਰੀ ਇਸ ਤਰ੍ਹਾਂ ਦੇ ਦਰਦ ਵਿੱਚੋਂ ਗੁਜ਼ਰ ਰਹੇ ਸਨ, ਪਰ ਮੇਰੀ ਹਾਲਤ ਉਹਨਾਂ ਦੇ ਮੁਕਾਬਲੇ ਬਹੁਤ ਮਾੜੀ ਸੀ। ਡੌਂਕੀ ਲਾਉਣ ਵੇਲੇ ਮੇਰੇ ਸਹਿਯਾਤਰੀ ਲਗਭਗ ਸਾਰੇ ਦੇ ਸਾਰੇ ਸੁਲਫਾ, ਭੰਗ ਤੇ ਸਿਗਰਟਾਂ ਪੀਣ ਦੇ ਆਦੀ ਹੋ ਚੁੱਕੇ ਸਨ। ਸ਼ਾਇਦ ਇਸ ਲਈ ਉਹ ਇਨ੍ਹਾਂ ਭੀੜੇ ਤੇ ਤੰਗ ਰਸਤਿਆਂ ਵਿੱਚੋਂ ਬੇਸੁੱਧ ਜਿਹੇ ਹੋਏ ਅੱਗੇ ਵਧ ਰਹੇ ਸਨ। ਮੇਰੇ ਨਾਲ 18 ਤੋਂ ਲੈ ਕੇ 35 ਸਾਲ ਉਮਰ ਤੱਕ ਦੇ ਲੋਕ ਸਫ਼ਰ ਕਰ ਰਹੇ ਸਨ। ਸਾਰੇ ਪੰਜਾਬੀ ਨੌਜਵਾਨ ਸਿਗਰਟਾਂ ਪੀਂਦੇ ਸਨ। ਹੋ ਸਕਦਾ ਕਿ ਉਹ ਇਸ ਤਰ੍ਹਾਂ ਸਫ਼ਰ ਮੁਕਾਉਣ ਲਈ ਜਾਂ ਦਿਲ ਕਰੜਾ ਕਰਨ ਲਈ ਕਰਦੇ ਹੋਣ। ਇਸੇ ਤਰ੍ਹਾਂ ਅਸੀਂ ਆਪਸ 'ਚ ਗੱਲਾਂ ਬਾਤਾਂ ਕਰਦੇ ਰਹਿੰਦੇ ਤੇ ਸਾਰਾ ਦਿਨ ਪਹਾੜਾਂ ਨੂੰ ਉੱਪਰ ਤੋਂ ਹੇਠਾਂ ਤੋਂ ਉੱਪਰ ਤੱਕ ਪਾਰ ਕਰਦੇ ਰਹਿੰਦੇ। ਬਹੁਤ ਭੀੜੇ ਰਸਤਿਆਂ ਤੋਂ ਤੁਰਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਛੋਟੀਆਂ ਸੱਟਾਂ ਤੇ ਝਰੀਟਾਂ ਨਾਲ ਪੂਰੀਆਂ ਬਾਹਾਂ ਤੇ ਲੱਤਾਂ ਜ਼ਖਮਾਂ ਨਾਲ ਭਰ। ਮੱਛਰ ਮੱਖੀਆਂ ਦਾ ਕਹਿਰ ਵੀ ਬਹੁਤ ਸੀ। ਜੰਗਲੀ ਤੇ ਪਹਾੜੀ ਖੇਤਰ ਦੀ ਸ਼ਾਮ ਨੂੰ ਤਕਰੀਬਨ 7 ਵਜੇ ਨਾਲ ਅਸੀਂ ਪਹਾੜੀਆਂ ਤੋਂ ਹੇਠਾਂ ਉਤਰ ਗਏ। ਸਾਡੇ ਡੌਂਕਰ ਨੇ ਇਹ ਆ ਕੇ ਸਾਡਾ ਸਾਥ ਛੱਡ ਦਿੱਤਾ ਸੀ ਕਿ ਹੁਣ ਅਸੀਂ ਇਸ ਨਦੀ ਦੇ ਕਿਨਾਰੇ ਹੀ ਤੁਰਨਾ ਹੈ। 2 ਦਿਨ ਦੇ ਸਫ਼ਰ ਬਾਅਦ ਤੁਸੀਂ ਪਨਾਮਾ ਦੇ ਰਿਫਿਊਜੀ ਮਿਲਟਰੀ ਕੈਂਪ ਤੱਕ ਪਹੁੰਚ ਜਾਓਗੇ। ਇੰਨਾ ਆ ਕੇ ਉਹ ਸਪੈਨਿਸ਼ ਤੇ ਕਾਲਾ ਨੀਗਰੋ ਡੌਂਕਰ ਵਾਪਸ ਪਰਤ ਗਿਆ। ਹੁਣ ਅਸੀਂ ਉਸ ਨਦੀ ਤੇ ਸਾਂ ਜਿਸ ਨੇ ਸਭ ਨੂੰ ਜੰਗਲ ਪਾਰ ਦੀ ਮੰਜ਼ਿਲ ਤੱਕ ਲੈ ਕੇ ਜਾਣਾ ਸੀ। ਅਸੀਂ ਕੋਲੰਬੀਆ ਦੇ ਜੰਗਲ ਨੂੰ ਪਾਰ ਕਰਕੇ ਵਿਸ਼ਵ ਪ੍ਰਸਿੱਧ ਪਨਾਮਾ ਦੀ ਨਹਿਰ ਤੇ ਪਹੁੰਚ ਚੁੱਕੇ ਸਾਂ। ਸਫ਼ਰ ਦੌਰਾਨ ਮੇਰੇ ਨਾਲ ਤੁਰੇ ਤੇ ਸਾਥੀ ਬਣੇ ਨਰਿੰਜਨ ਭਗਤ, ਮੌਂਟੀ, ਕਾਲਾ ਤੇ ਇਕਬਾਲ ਨਾਮਕ ਮੁੰਡੇ ਪਤਾ ਨਹੀਂ ਕਿਉਂ ਮੇਰੇ ਤੋਂ ਕੰਨੀ ਕਤਰਾਉਣ ਲੱਗ ਪਏ ਸਨ। ਉਹਨਾਂ ਵਿੱਚੋਂ ਬਾਰ-ਬਾਰ ਮੇਰੇ ਵੱਲੋਂ ਬਣਾਈ ਜਾ ਰਹੀ ਦੂਰੀ ਮੈਨੂੰ ਸਮਝ ਨਹੀਂ ਸੀ ਪੈ ਰਹੀ। ਕਾਫੀ ਸੋਚ ਵਿਚਾਰ ਤੋਂ ਬਾਅਦ 'ਚ ਮੈਂ ਇਸ ਨਤੀਜੇ ਤੇ ਪੁੱਜਾ ਸੀ ਕਿ ਹੋ ਸਕਦਾ ਹੈ ਕਿ ਇਸ ਦਾ ਕਾਰਨ ਮੇਰਾ ਪਟਿਆਲਵੀ ਹੋਣਾ ਹੋਵੇ। ਉਹ ਸਭ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਖੇਤਰਾਂ 'ਚੋਂ ਸਨ। ਉਹ ਕਾਫੀ ਸਾਰੀਆਂ ਗੱਲਾਂ ਵੀ ਇੱਕ ਦੂਜੇ ਨਾਲ ਸਾਂਝੀਆਂ ਕਰ ਰਹੇ ਸਨ, ਪਰ ਮੇਰੇ ਤੋਂ ਲਗਾਤਾਰ ਦੂਰੀ ਬਣਾ ਰਹੇ ਸਨ।
ਇੱਕ ਵਾਰ ਜ਼ਰੂਰਤ ਪੈਣ ਮੌਕੇ ਮੈਂ ਰਾਹ ਵਿੱਚ $100 ਦੇ ਕੇ ਉਹਨਾਂ ਦੀ ਮਦਦ ਵੀ ਕੀਤੀ ਸੀ। ਪਰ ਉਹਨਾਂ ਨੇ ਮੇਰੀ ਇਸ ਤਰ੍ਹਾਂ ਕਰਨ ਦੀ ਬਹੁਤੀ ਕਦਰ ਨਾ ਪਾਈ। ਤੁਰਦੇ ਤੁਰਦੇ ਜਦੋਂ ਕਦੇ ਉਹ ਅੱਗੇ ਨਿਕਲ ਜਾਂਦੇ ਸਨ ਤਾਂ ਮੇਰਾ 1 ਮਿੰਟ ਵੀ ਰੁਕ ਕੇ ਇੰਤਜ਼ਾਰ ਨਹੀਂ ਸਨ ਕਰਦੇ, ਜਦੋਂ ਕਿ ਰਸਤੇ 'ਚ ਮੈਂ ਉਹਨਾਂ ਨੂੰ ਕਦੇ ਵੀ ਪਿੱਛੇ ਨਹੀਂ ਸੀ ਛੱਡਿਆ। ਉਹਨਾਂ ਵਿੱਚੋਂ ਇੱਕ ਕਾਲਾ ਨਾਮ ਦਾ ਮੁੰਡਾ ਤਾਂ ਬਹੁਤ ਹੀ ਅਹਿਸਾਨ ਫਰਾਮੋਸ਼ ਨਿਕਲਿਆ। ਇੱਥੇ ਮੈਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਲਿਖ ਨਹੀਂ ਰਿਹਾ ਜਿਹੜੀਆਂ ਉਸ ਇਨਸਾਨ ਨੇ ਮੇਰੇ ਨਾਲ ਕੀਤੀਆਂ। ਉਸਦੇ ਵਿਹਾਰ ਦੇਖ ਕੇ ਮੇਰਾ ਦਿਲ ਪਰੇਸ਼ਾਨ ਹੋਇਆ, ਪਰ ਕੀਤਾ ਵੀ ਕੀ ਜਾ ਸਕਦਾ ਸੀ। ਬੇਗਾਨੀ ਧਰਤੀ ਤੇ ਰਸਤੇ 'ਚ ਮਿਲੇ ਲੋਕਾਂ ਨਾਲ ਗਿਲਾ ਵੀ ਕਾਹਦਾ ਸੀ। ਅਸਲ 'ਚ ਇਹ ਗਲਤੀ ਉਹਨਾਂ ਦੀ ਨਹੀਂ, ਮੇਰੀ ਸੀ, ਜਿਨ੍ਹਾਂ ਲੋੜ ਵੇਲੇ ਮਿੱਤਰਤਾ ਗੰਢਣ ਵਾਲੇ ਬੰਦਿਆਂ ਤੇ ਵਿਸ਼ਵਾਸ ਕਰ ਲਿਆ ਸੀ। ਅੱਗੇ ਲੇਖਕ ਨੇ ਆਪਣੀ ਵਿਗੜਦੀ ਸਿਹਤ ਬਾਰੇ ਦੱਸਿਆ ਹੈ। ਦੋਸਤੋ, ਤੁਰਦਿਆਂ ਤੁਰਦਿਆਂ 5 ਦਿਨ ਬੀਤ ਗਏ ਸਨ, ਪਰ ਸਫ਼ਰ ਅਜੇ ਵੀ ਬਾਕੀ ਸੀ। 5ਵੀਂ ਰਾਤ ਨੂੰ ਜਦੋਂ ਅਸੀਂ ਨਦੀ ਕਿਨਾਰੇ ਸੌਣ ਲੱਗੇ ਤਾਂ ਮੈਨੂੰ ਉਲਟੀਆਂ ਲੱਗ ਗਈਆਂ। ਮੈਂ ਜੋ ਵੀ ਖਾਧਾ ਸੀ ਸਭ ਪਾਣੀ ਬਣ ਕੇ ਉਲਟੀਆਂ ਰਾਹੀਂ ਬਾਹਰ ਨਿਕਲ ਆਇਆ। ਉੱਪਰੋਂ ਸਾਰੀ ਰਾਤ ਮੀਂਹ ਪੈਂਦਾ ਰਿਹਾ। ਮੈਨੂੰ ਅਣਜਾਣ ਧਰਤੀ ਤੇ ਬੇਸੁੱਧ ਜਿਹੇ ਪਏ ਮੀਂਹ 'ਚ ਭਿੱਜਦੇ ਨੂੰ ਘਰ ਚੇਤੇ ਆ ਗਿਆ। ਮੈਂ ਸੋਚਿਆ ਜੇਕਰ ਇਹ ਵਕਤ ਮੈਂ ਘਰ ਹੁੰਦਾ ਤਾਂ ਮਾਂ ਨੇ 10 ਵਾਰ ਮੱਥਾ ਟੋਕ ਕੇ ਵੇਖਣਾ ਸੀ ਤੇ ਨਾਲ ਹੀ ਕਹਿਣਾ ਸੀ ਕਿ ਕੋਈ ਨਹੀਂ ਪੁੱਤਰਾ, ਹੁਣੇ ਠੀਕ ਹੋ ਜਾਵੇਗਾ, ਮੈਂ ਤੇਰੇ ਲਈ ਕਾੜਾ ਬਣਾ ਕੇ ਲਿਆਉਣੀ ਆ। ਇਹ ਹੋ ਹੀ ਨਹੀਂ ਸੀ ਸਕਦਾ ਕਿ ਕੋਈ ਮੈਨੂੰ ਸਰੀਰਕ ਪਰੇਸ਼ਾਨੀ ਦੀ ਹਾਲਤ 'ਚ ਮੀਂਹ 'ਚ ਭਿੱਜਣ ਦਿੰਦਾ, ਪਰ ਇੱਥੇ ਸਭ ਕੁਝ ਹੋ ਰਿਹਾ ਸੀ। ਮੇਰੇ ਨਾਲ ਵਾਲੇ ਦੋਸਤਾਂ ਦਾ ਵਿਵਹਾਰ ਵੀ ਬਦਲਦਾ ਜਾ ਰਿਹਾ ਸੀ। ਅਗਲੀ ਸਵੇਰ ਜਦੋਂ 6ਵੇਂ ਦਿਨ ਦੇ ਸਫ਼ਰ ਲਈ ਨਦੀ ਦੇ ਕਿਨਾਰੇ ਤੁਰਨਾ ਸ਼ੁਰੂ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਜੰਗਲ ਦੇ ਵਿਚਕਾਰ ਦੀ ਵਹਿੰਦੀ ਹੋਈ ਇਹ ਨਦੀ ਜੰਗਲ ਅਤੇ ਪਹਾੜਾਂ ਦਾ ਸੀਨਾ ਚੀਰ ਕੇ ਪਨਾਮਾ ਦੇਸ਼ ਵਿੱਚ ਵੜਦੀ ਹੈ। ਹੁਣ ਇਹ ਸਾਡੇ ਲਈ ਆਸ ਦੀ ਇੱਕ ਨਵੀਂ ਕਿਰਨ ਲੈ ਕੇ ਆਈ ਲੱਗ ਰਹੀ ਸੀ। ਨਦੀ ਕਿਨਾਰੇ ਪਹਾੜ ਤੇ ਬਣੇ ਰਾਹਾਂ ਤੇ ਤੁਰਦੇ ਤੁਰਦੇ ਅਸੀਂ ਬਹੁਤ ਭੀੜੇ ਰਾਹ ਤੇ ਕੰਡਿਆਲੀਆਂ ਝਾੜੀਆਂ ਵਾਲੇ ਰਸਤੇ ਪਾਰ ਕੀਤੇ। ਜਦੋਂ ਥੱਕੇ ਟੁੱਟੇ ਸਰੀਰ ਤੇ ਕੋਈ ਤਿੱਖਾ ਕੰਡਾ ਚੁਭਦਾ ਤਾਂ ਇੱਕ ਵਾਰ ਚੀਕ ਜਿਹੀ ਨਿਕਲਦੀ, ਪਰ ਸਰੀਰ 'ਚ ਸੱਤ ਨਾ ਹੋਣ ਕਾਰਨ ਅਸੀਂ ਚੀਕ ਨਹੀਂ ਮਾਰ ਸਕਦੇ। ਮੇਰੇ ਤੋਂ ਪਾਸਾ ਵੱਟਣ ਵਾਲੀ ਗਰੁੱਪ ਵਿੱਚ ਮੌਂਟੀ ਨਾਮ ਦਾ ਪੰਜਾਬੀ ਮੁੰਡਾ ਕਈ ਵਾਰ ਸਾਤੋਂ ਸਭ ਤੋਂ ਪਿੱਛੇ ਰਹਿ ਜਾਂਦਾ ਸੀ ਤਾਂ ਮੈਂ ਅਕਸਰ ਉਹਨੂੰ ਰੁਕ ਕੇ ਆਪਣੇ ਨਾਲ ਰਲਾ ਲੈਂਦਾ ਸੀ, ਪਰ ਬਾਕੀ ਸਭ ਜ਼ਰਾ ਵੀ ਨਾ ਰੁਕਦੇ। ਭਾਵੇਂ ਉਸਨੇ ਮੇਰੇ ਨਾਲ ਠੀਕ ਨਹੀਂ ਸੀ ਕੀਤੀ, ਪਰ ਮੈਂ ਦੁੱਖਾਂ ਤਕਲੀਫਾਂ 'ਚ ਵੀ ਇਨਸਾਨੀਅਤ ਮਰਨ ਨਹੀਂ ਸੀ ਦੇਣਾ ਚਾਹੁੰਦਾ। ਆਪਣਾ ਸਫ਼ਰ ਜਾਰੀ ਰੱਖਦੇ ਹੋਏ ਅਸੀਂ ਹੌਲੀ-ਹੌਲੀ ਉਹਨਾਂ ਨਾਲ ਰਲ ਜਾਂਦੇ। ਅਸੀਂ ਨਦੀ ਦੇ ਨਾਲ ਵਾਲੀਆਂ ਪਹਾੜੀਆਂ ਤੇ ਉੱਪਰ ਹੇਠਾਂ ਚੱਲਦੇ ਰਹਿੰਦੇ ਤੇ ਵਾਹਿਗੁਰੂ ਵਾਹਿਗੁਰੂ ਜਪਦੇ ਰਹਿੰਦੇ। ਉਸ ਵੇਲੇ ਮੈਨੂੰ ਸਿਰਫ ਰੱਬ ਦਾ ਨਾਂ ਯਾਦ ਸੀ। ਪਰਿਵਾਰ, ਘਰ ਸਭ ਵਿਸਰ ਚੁੱਕਾ ਸੀ, ਕਿਉਂਕਿ ਉਸ ਸਮੇਂ ਮੈਂ ਆਪਣੇ ਆਪ ਨੂੰ ਇਕੱਲਾ ਤੇ ਬੇਸਹਾਰਾ ਮਹਿਸੂਸ ਕਰ ਰਿਹਾ ਸੀ ਤੇ ਮੇਰੇ ਨਾਲ ਦੇ ਸਾਥੀ ਅੱਗੇ ਗੁਜ਼ਰ ਚੁੱਕੇ ਸਨ। ਦੋਸਤੋ, ਇਹ ਸੀ ਸਫ਼ਰਨਾਮਾ ਮੌਤ ਦੀਆਂ ਰਾਹਾਂ ਦਾ ਦੂਸਰਾ ਭਾਗ। ਦੇਖੋ ਦੋਸਤੋ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਫੋਟੋਆਂ ਸਮੇਤ ਤੁਹਾਨੂੰ ਕੱਲ ਦਾ ਜਿਹੜਾ ਸ਼ੋਅ ਹੈ 6 ਵਜੇ, ਫਿਰ ਕੋਸ਼ਿਸ਼ ਕਰਨਾ ਕਿ 6 ਵਜੇ ਹਾਜ਼ਰ ਹੋ ਜਾਓ। ਕੱਲ ਦਾ ਜਿਹੜਾ ਸ਼ੋਅ ਹੈ ਉਹਦੇ ਵਿੱਚ ਅਸੀਂ ਫੋਟੋਆਂ ਵੀ ਨਾਲ ਦੀ ਨਾਲ ਦਿਖਾਵਾਂਗੇ। ਦੋਸਤੋ, ਇਹ ਇਹੋ ਜਿਹੀਆਂ ਜਿਹੜੀਆਂ ਸੱਚੀਆਂ ਕਹਾਣੀਆਂ, ਨਾਵਲ ਜਾਂ ਸਫ਼ਰਨਾਮੇ ਹੁੰਦੇ ਨੇ ਨਾ, ਇਹ ਬੰਦੇ ਨੂੰ ਬਹੁਤ ਕੁਝ ਸੋਚਣ ਤੇ ਮਜਬੂਰ ਕਰਦੇ ਨੇ। ਜਿਹੜਾ ਇਨਸਾਨ ਹੈ ਫਿਤਰਤਨ ਜ਼ਿੱਦੀ ਹੁੰਦਾ ਹੈ, ਹਟਦਾ ਨਹੀਂ। ਜਿਹੜੀ ਗੱਲ ਤੋਂ ਵਰਜਿਆ ਜਾਂਦਾ ਉਸੇ 'ਚ ਹੀ ਵੜਦਾ ਜਾ ਕੇ। ਸੋ ਦੋਸਤੋ, ਇਹ ਜਿਹੜਾ ਸਫ਼ਰਨਾਮਾ ਹੈ ਮੌਤ ਦੀਆਂ ਰਾਹਾਂ, ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ।
ਸੋ ਤੁਹਾਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਆਪਣੇ ਦੋਸਤਾਂ ਨੂੰ, ਆਪਣੇ ਗੁਆਂਢੀਆਂ ਨੂੰ, ਪੜੋਸੀਆਂ ਨੂੰ, ਰਿਸ਼ਤੇਦਾਰਾਂ ਨੂੰ ਇਸ ਸ਼ੋਅ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ, ਤਾਂ ਕਿ ਆਪਾਂ ਸਾਰੇ ਰਲ ਕੇ ਇਹ ਸੇਵਾ ਕਰ ਸਕੀਏ, ਨਿਭਾ ਸਕੀਏ। ਉਹ ਬੱਚੇ, ਉਹ ਲੋਕ ਜਿਹੜੇ ਕਿ ਅਵੈਧ ਰਸਤੇ ਰਾਹੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ, ਉਹਨਾਂ ਨੂੰ ਇਹਨਾਂ ਦੁਸ਼ਵਾਰੀਆਂ ਬਾਰੇ ਜਦੋਂ ਪਤਾ ਲੱਗੂ, ਆਪਣੇ ਆਪ ਹਟ ਜਾਣਗੇ। ਜਿਹੜੇ ਪੈਸੇ ਆਪਾਂ ਇਹਨਾਂ ਏਜੰਟਾਂ ਨੂੰ ਦੇਣੇ ਨੇ, ਉਹਨਾਂ ਨਾਲ ਹੀ ਆਪਣੇ ਦੇਸ਼ ਦੇ ਵਿੱਚ ਕੀ ਆਪਾਂ ਕੋਈ ਨਾ ਕੋਈ ਕੰਮ ਕਰਕੇ ਆਪਣੀਆਂ ਕਮਾਈਆਂ ਨਹੀਂ ਕਰ ਸਕਦੇ? ਸੋ ਇੰਨਾ ਸੁਨੇਹਾ ਦਿੰਦੀ ਹੋਈ ਮੈਂ ਅੱਜ ਦੇ ਸ਼ੋਅ ਵਿੱਚ ਆਪ ਜੀ ਤੋਂ ਇਜਾਜ਼ਤ ਮੰਗਦੀ ਹਾਂ। ਆਓ ਕੱਲ੍ਹ ਨੂੰ ਫਿਰ ਮਿਲਦੇ ਹਾਂ ਹਕੀਕਤ ਤੇ ਜ਼ਿੰਦਗੀ ਦੇ ਵਿੱਚ ਸ਼ਾਮੀ 6 ਵਜੇ। ਸਤਿ ਸ਼੍ਰੀ ਅਕਾਲ। रंग 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 FM, रंग 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 FM। चुप नू भी हुण बोल मिले ने, सत्ते बूहे खोल मिले ने। हर चानण दा जाया ओ जिंदगी संग बोलूगा, हुण रंग बोलूगा।